पीवो अमृत सदा रहो हर रंग, जपे हो साध पानी, कह नानक सदा गाओ, एह सच्ची वाणी। गाओ सच्ची वाणी आओ परम सत्कारयोग सतगुरां दी साजी निवाजी गुरु का खास रूप गुरु खालसा साध संगत जी, आप सारिया संगतां दुनियावी काम काज घरां दे कार विहार कुछ समय लिए त्याग के हाजरा हजूर जाहरा जहूर सर्व का भरपूर कोट ब्रह्मंडा के मालिक कलयुग के जीवां के उद्धार करता सतगुरु दसां पातशाहियां जी के आत्मिक स्वरूप चवर छतर तख्त के मालिक गुरता गति ते सुभाएमान धन 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 साहिब श्री गुरु ग्रंथ साहिब महाराज जी पावन और पवित्र हजूरी विच बैठ के काफी समय तो रह करके तुरकी आई बाणी का इलाही बाणी का हर जस कीर्तन आप श्रवण कीते हैं। सेवक परिवार भाई साहब भाई सुखविंदर सिंह समूह परिवार ने रल मिल के हर साल की तरह सतगुरां का शुकराना करते हुए
ਪਵਿੱਤਰ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਆਪਣਾ ਅੰਮ੍ਰਿਤ ਵੇਲੇ ਤੋਂ ਆਰੰਭ ਕਰਵਾਏ ਹਨ। ਸੰਧਿਆ ਸਮੇਂ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਹਾਜ਼ਰੀ ਭਰ ਰਹੇ ਹੋ। ਸ਼੍ਰੀ ਰਹਿਰਾ ਸਾਹਿਬ ਜੀ ਦੇ ਸੋਦਾ ਸ਼੍ਰੀ ਰਹਿਰਾ ਸਾਹਿਬ ਜੀ ਦੇ ਜਾਪ ਪਹਿਲਾਂ ਸਰਵਣ ਕੀਤੇ, ਫਿਰ ਆਰਤੀ ਜੀ ਦੇ ਕੀਰਤਨ ਤੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਕੁਝ ਸਮਾਂ ਹੋਰ ਸਤ ਸੰਗਤ ਦੀਆਂ ਘੜੀਆਂ ਦਾ ਲਾਹਾ ਆਪਾਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਪ੍ਰਾਪਤ ਕਰਨਾ ਹੈ। ਸਤਿਗੁਰਾਂ ਦੀ ਬਾਣੀ ਦਾ ਵੀ ਫਰਮਾਨ ਹੈ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਕਿ ਜੋ ਇਹ ਸਤ ਸੰਗਤ ਦੀਆਂ ਘੜੀਆਂ ਹਨ, ਗੁਰੂ ਚਰਨਾਂ ਵਿੱਚ ਬੈਠ ਕੇ ਬਾਣੀ ਸਰਵਣ ਕਰਨੀ, ਗੁਰੂ ਘਰ ਦੀ ਸੇਵਾ ਕਰਨੀ, ਇਹ ਜੋ ਘੜੀਆਂ ਹਨ ਅਤਿਅੰਤ ਵੱਡੇ ਭਾਗ ਕੀਤੇ ਹੋਣ ਪੂਰਬਲੇ ਜਨਮ ਦੇ, ਤਾਂ ਕਿਤੇ ਜਾ ਕੇ ਇਹ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਹਨ। ਸੋ ਆਪ ਸਾਰੀਆਂ ਸੰਗਤਾਂ ਦੇ ਪੂਰਬਲੇ ਵੱਡੇ ਭਾਗ ਚੰਗੇ ਕਰਮ ਹਨ, ਜੋ ਆਪਣੇ ਰੁਝੇਵੇਂ ਭਰੇ ਸਮੇਂ ਵਿੱਚੋਂ ਇਸ ਕਲਯੁਗੀ ਭਿਆਨਕ ਸਮੇਂ ਵਿੱਚ ਸਤ ਸੰਗਤ ਦੀਆਂ ਘੜੀਆਂ ਦਾ ਲਾਹਾ ਲੈ ਰਹੇ ਹੋ। ਸੋ ਸ਼ਬਦ ਆਪਾਂ ਪੜ੍ਹਨਾ ਕੀਤਾ ਹੈ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ। ਪਵਿੱਤਰ ਗੁਰਬਾਣੀ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰੂ ਜੀ ਜੀਵਾਂ ਦੇ ਭਲੇ ਲਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਿ हे ਸਤਿਗੁਰ ਸਿੱਖੋ, ਮੇਰੇ ਪਿਆਰੇ ਗੁਰਸਿੱਖੋ, ਆਵੋ ਪੂਰੇ ਗੁਰਾਂ ਦੀ ਸ਼ਰਣੀ ਆਓ, ਰਲ ਮਿਲ ਕੇ ਧੁਰ ਕੀ ਬਾਣੀ ਰੱਬੀ ਬਾਣੀ ਦਾ ਗਾਇਨ ਕਰੋ, ਸੱਚੀ ਬਾਣੀ ਦਾ ਆਪਣਾ ਨਾਮ, ਸੱਚੀ ਬਾਣੀ ਪੂਰੇ ਗੁਰਾਂ ਦੀ ਬਾਣੀ ਹਿਰਦੇ ਵਿੱਚ ਵਸਾਓ, ਉਸ ਨੂੰ ਗਾਉਣਾ ਕਰੋ। ਫਿਰ ਬਾਣੀ ਗਾਇਆ ਫਿਰ ਕੀ ਫਲ ਮਿਲੇਗਾ? ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਪੂਰੇ ਗੁਰਾਂ ਦੀ ਬਾਣੀ ਗਾਓ ਜਿਹੜੀ ਸਿਰਮੌਰ ਬਾਣੀ ਹੈ, ਕਿਉਂਕਿ ਇੱਥੇ ਸਤਿਗੁਰੂ ਜੀ ਨੇ ਸੱਚੀ ਬਾਣੀ ਦਾ ਇਸ਼ਾਰਾ ਕੀਤਾ ਹੈ। ਭਾਵ ਕਿ ਇਸ ਸੰਸਾਰ ਵਿੱਚ ਹੋਰ ਵੀ ਕੱਚੀਆਂ ਬਾਣੀਆਂ ਬਹੁਤ ਹਨ, ਪਰ ਜੁਗੋ ਜੁਗ ਤੱਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੱਕੀ ਬਾਣੀ ਤੇ ਸੱਚੀ ਬਾਣੀ ਹੈ, ਜੋ ਜੀਵਾਂ ਦਾ ਉਧਾਰ ਕਰਦੀ ਹੈ, ਜੀਵਾਂ ਦੀਆਂ ਅਰਦਾਸਾਂ ਉਹਨਾਂ ਦੇ ਕਾਰਜ ਰਾਸ ਕਰਦੀ ਹੈ ਸੱਚੀ ਬਾਣੀ। ਕਿਉਂਕਿ ਇਸ ਬਾਣੀ ਨੂੰ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਤੇ ਇਹ ਬਾਣੀ ਆਈ ਵੀ ਸਭ ਜੀਵਾਂ ਦੇ ਭਲੇ ਵਾਸਤੇ ਹੈ, ਜਿਸ ਦੇ ਬਾਅਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਵਿੱਤਰ ਸ਼ਬਦ ਐਸਾ ਪ੍ਰਮਾਣ ਕਰਦੇ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ। ਧੁਰ ਕੀ ਬਾਣੀ ਆਈ ਇਨ ਸਗਲੀ ਚਿੰਤ ਮਿਟਾਈ,
ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ, ਧੁਰ ਕੀ ਬਾਣੀ ਆਈ। ਇਹ ਜੋ ਸੱਚੀ ਬਾਣੀ ਪੱਕੀ ਬਾਣੀ ਹੈ, ਇਹ ਧੁਰੋਂ ਅਕਾਲ ਪੁਰਖ ਦੇ ਧੁਰੋਂ ਦਰਗਾਹ ਵਿੱਚੋਂ ਆਈ ਹੈ। ਜੋ ਸੰਸਾਰ ਦੀਆਂ ਕੱਚੀਆਂ ਜਾਂ ਸੰਸਾਰ ਦੀਆਂ ਕਵੀਆਂ ਦੀਆਂ ਕਵਿਤਾਵਾਂ ਰਚਨਾਵਾਂ ਹਨ, ਉਹ ਉਹਨਾਂ ਦੇ ਦਿਮਾਗ ਦੀ ਕਾਢ ਹੈ। ਉਹਨਾਂ ਦੇ ਦਿਮਾਗ ਵਿੱਚੋਂ ਉਹਨਾਂ ਨੇ ਜਿਸ ਤਰ੍ਹਾਂ ਦਾ ਕੋਈ ਜੋ ਦ੍ਰਿਸ਼ ਦੇਖਿਆ ਜਾਂ ਉਹਨਾਂ ਦੇ ਮਨ ਵਿੱਚ ਫੁਰਿਆ, ਉਹ ਉਹਨਾਂ ਨੇ ਬਾਣੀ ਉਚਾਰੀ। ਪਰ ਉਸ ਰਚਨਾਵਾਂ ਨੂੰ, ਉਸ ਕਵਿਤਾਵਾਂ ਨੂੰ ਸੱਚੀ ਬਾਣੀ ਦਾ ਦਰਜਾ ਨਹੀਂ ਮਿਲਿਆ। ਸੱਚੀ ਬਾਣੀ, ਧੁਰ ਕੀ ਬਾਣੀ ਇਹੀ ਹੈ, ਅਕਾਲ ਪੁਰਖ ਦੀ ਰੱਬੀ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜੋ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਸਦਾ ਲਈ ਮਨੁੱਖਤਾ ਦੇ ਗੁਰੂ ਥਾਪ ਦਿੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਜਦੋਂ ਤੋਂ ਗੁਰੂ ਸਾਹਿਬ ਜੀ ਦਾ ਗੁਰਤਾ ਗੱਦੀ ਦਾ ਗੁਰੂ ਸਾਹਿਬ ਜੀ ਨੂੰ 1708 ਈਸਵੀ ਦੇ ਵਿੱਚ ਸ਼੍ਰੀ ਹਜ਼ੂਰ ਸਾਹਿਬ ਸੱਚਖੰਡ, ਸ਼੍ਰੀ ਹਜ਼ੂਰ ਸਾਹਿਬ ਨੰਦੇੜ, ਸ਼੍ਰੀ ਅਬਚਲ ਨਗਰ ਵਿਖੇ 1708 ਈਸਵੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਗਾਇਆ ਗਿਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਤੇ ਅੱਗੋਂ ਤੱਕ, ਜਦੋਂ ਤੱਕ ਵੀ ਸੰਸਾਰ ਰਹੇਗਾ, ਭਾਵੇਂ ਸੰਸਾਰ ਰਹੇ ਨਾ ਰਹੇ, ਗੁਰਤਾ ਗੱਦੀ ਜੋ ਧੁਰ ਕੀ ਬਾਣੀ ਹੈ, ਇਹ ਸਦਾ ਹੀ ਮਨੁੱਖਤਾ ਦੀ ਕਲਿਆਣਕਾਰੀ ਹੋਵੇਗੀ, ਸਦਾ ਹੀ ਜੀਵਨ ਦਾ ਭਲਾ ਕਰੇਗੀ। ਸੋ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਸਿਰਮੌਰ ਬਾਣੀ ਗਾਣਾ ਕਰੋ, ਤਾਂ ਕਿ ਆਪਣਾ ਰਸਨਾ ਦੀ ਸਫਲਤਾ ਹੋਵੇ। ਕੰਨਾਂ ਦੁਆਰਾ ਉਸ ਬਾਣੀ ਨੂੰ ਸਰਵਣ ਕੀਤਿਆਂ ਕੰਨਾਂ ਦੀ ਸਰੋਤ, ਕੰਨਾਂ ਦੁਆਰਾ ਬਾਣੀ ਸਰਵਣ ਕੀਤਿਆਂ ਕੰਨ ਪਵਿੱਤਰ ਹੋਣ, ਅੱਖਾਂ ਦੁਆਰਾ ਬਾਣੀ ਦੇ ਦਰਸ਼ਨ ਕੀਤਿਆਂ, ਸੰਗਤ ਦੇ ਦਰਸ਼ਨ ਕੀਤਿਆਂ ਅੱਖਾਂ ਦੀ ਪਵਿੱਤਰਤਾ ਹੋਵੇ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਅੱਗੇ ਸਤਿਗੁਰੂ ਜੀ ਫਰਮਾਉਂਦੇ ਹਨ, ਪਰ ਇਹ ਜੋ ਸੱਚੀ ਬਾਣੀ ਹੈ, ਧੁਰ ਕੀ ਬਾਣੀ ਹੈ, ਕਿ ਇਹ ਸਾਰੇ ਜੀਵ ਗਾ ਲੈਣਗੇ ਸੰਸਾਰ ਦੇ, ਕਿਉਂਕਿ ਜੋ ਕਲਿਆਣਕਾਰੀ ਲਾਭ ਵਾਲੀ ਚੀਜ਼ ਹੈ, ਉਸ ਨੂੰ ਤਾਂ ਹਰ ਇੱਕ ਚਾਹੁੰਦਾ ਹੈ ਕਿ ਮੈਂ ਖਰਾ ਸੌਦਾ ਕਰਾਂ, ਮੇਰਾ ਭਲਾ ਹੋਵੇ। ਪਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜਿਨ ਕੋ ਨਜ਼ਰ ਕਰਮ ਹੋਵੇ, ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ,
ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ, ਉਹੀ ਇਸ ਬਾਣੀ ਨੂੰ ਹਿਰਦੇ ਵਿੱਚ ਵਸਾਉਂਦੇ ਹਨ। ਜਿਨ ਕੋ ਨਦਰ ਕਰਮ ਹੋਵੇ, ਜਿਨ੍ਹਾਂ ਦੇ ਕਰਮਾਂ ਵਿੱਚ ਸਤਿਗੁਰਾਂ ਨੇ ਦਾਤਾਂ ਬਖਸ਼ਿਸ਼ ਕੀਤੀਆਂ, ਉਹੀ ਇਸ ਬਾਣੀ ਦੇ ਲੜ ਲੱਗਣਾ ਕਰਦੇ ਹਨ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ, ਉਹਨਾਂ ਦੇ ਹਿਰਦੇ ਵਿੱਚ ਹੀ ਬਾਣੀ ਦਾ ਨਿਵਾਸ ਹੁੰਦਾ ਹੈ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਨਾਮ ਰੂਪੀ ਬਾਣੀ ਰੂਪੀ ਅੰਮ੍ਰਿਤ ਪੀ ਕੇ, ਅੰਮ੍ਰਿਤ ਛਕ ਕੇ ਸਦਾ ਹੀ ਆਨੰਦ ਦੇ ਘਰ ਵਿੱਚ, ਸਦਾ ਹੀ ਖੁਸ਼ੀਆਂ ਦੇ ਘਰ ਵਿੱਚ, ਉਸ ਆਨੰਦ ਦੀ ਅਵਸਥਾ ਵਿੱਚ ਜੀਵ ਪਹੁੰਚ ਜਾਂਦਾ ਹੈ, ਜੋ ਆਪਣੇ ਜੀਵਨ ਵਿੱਚ ਬਾਣੀ ਨੂੰ ਧਾਰਨ ਕਰ ਲੈਂਦਾ ਹੈ, ਬਾਣੀ ਦਾ ਉਪਦੇਸ਼ ਧਾਰਨ ਕਰ ਲੈਂਦਾ ਹੈ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਬਾਣੀ ਨੂੰ ਹਿਰਦੇ ਵਿੱਚ ਵਸਾ ਕੇ ਉਸ ਸਾਰੰਗ ਪਾਣੀ ਜੋ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦਾ ਧਿਆਨ ਹਿਰਦੇ ਵਿੱਚ ਵਸਾਉਂਦੇ ਹਨ, ਤੇ ਅੱਗੇ ਫੇਰ ਸਤਿਗੁਰੂ ਜੀ ਦੁਬਾਰਾ ਫੇਰ ਉਪਦੇਸ਼ ਬਖਸ਼ਦੇ ਹਨ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਕਿ ਹੇ ਪਿਆਰਿਓ, ਹੇ ਮੇਰੇ ਸਤਸੰਗੀ ਜਨੋ, ਆਪਣੇ ਭਲੇ ਲਈ ਸਦਾ ਹੀ ਇਹ ਐਸੀ ਪਵਿੱਤਰ ਬਾਣੀ ਨੂੰ ਗਾਵੋ, ਜਿਸ ਦੇ ਗਾਇਆਂ, ਜਿਸ ਦੇ ਆਰਾਧਨ ਕੀਤਿਆਂ ਨਾਲੇ ਤਾਂ ਇੱਛਾਵਾਂ ਪੂਰਨ ਹੁੰਦੀਆਂ ਹਨ, ਨਾਲੇ ਜੋ ਜੀਵ ਦਾ ਜੋ ਮੂਲ ਫਲ ਹੈ, ਇਹ ਜਿੱਥੋਂ ਪਰਮਾਤਮਾ ਦੇ ਘਰੋਂ ਇਸ ਜੋ ਜੀਵ ਆਇਆ ਹੈ ਸੰਸਾਰ ਵਿੱਚ, ਇਹ ਬਾਣੀ ਫਿਰ ਸਦਾ ਗਾਉਣ ਵਾਲਿਆਂ ਨੂੰ ਉੱਥੇ ਹੀ ਪਰਮਾਤਮਾ ਦੇ ਘਰ ਵਿੱਚ ਹੀ ਲੈ ਜਾਂਦੀ ਹੈ। ਸਦਾ ਲਈ ਅਕਾਲ ਪੁਰਖ ਦੇ ਵਾਹਿਗੁਰੂ ਦੇ ਚਰਨਾਂ ਵਿੱਚ ਆਨੰਦਮਈ ਅਵਸਥਾ ਉਸ ਜੀਵ ਦੀ ਬਣ ਜਾਂਦੀ ਹੈ, ਜੋ ਸਦਾ ਲਈ ਗੁਰਬਾਣੀ ਦਾ ਚਿੰਤਨ ਕਰਦੇ ਹਨ, ਆਰਾਧਨ ਕਰਦੇ ਹਨ। ਸੋ ਇਤਿਹਾਸ ਵਿੱਚ ਐਸਾ ਜ਼ਿਕਰ ਆਉਂਦਾ ਹੈ, ਸਤਿਯੁਗ ਦੇ ਸਮੇਂ ਦੀ ਇਹ ਕਥਾ ਵਾਰਤਾ ਹੈ, ਪੁਰਾਤਨ ਸਮੇਂ ਦੀ, ਜਿਸ ਦੀ ਬਾਬਤ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੇਦ ਵਿਆਸ ਜੀ ਦਾ ਖਿਤਾਬ ਬਖਸ਼ਿਸ਼ ਕੀਤਾ। ਵੇਦ ਵਿਆਸ ਜੀ ਸਨਾਤਨ ਧਰਮ ਦੇ ਬਹੁਤ ਮਹਾਨ ਰਿਸ਼ੀ ਹੋਏ ਹਨ, ਜਿਨ੍ਹਾਂ ਨੇ ਵੇਦਾਂ ਦੀ ਰਚਨਾ ਕੀਤੀ ਹੈ। ਇਸੇ ਤਰ੍ਹਾਂ ਹੀ ਜੋ ਗੁਰੂ ਘਰ ਦੇ ਵਿੱਚ ਇਹ ਖਿਤਾਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬਖਸ਼ਣਾ ਕੀਤਾ ਹੈ, ਕਿਉਂਕਿ ਭਾਈ ਗੁਰਦਾਸ ਜੀ ਦੀਆਂ ਜੋ ਰਚਨਾਵਾਂ ਹਨ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋ ਅਵਤਾਰ ਧਾਰਨ ਤੋਂ ਪਹਿਲਾਂ ਵੀ ਜੋ ਯੁੱਗਾਂ ਦਾ ਵਰਣਨ, ਫਿਰ ਸਾਰੇ ਪਾਤਸ਼ਾਹੀਆਂ ਦੇ ਸਮੇਂ ਦੇ ਜੋ ਹਾਲਾਤ, ਗੁਰੂ ਸਾਹਿਬ ਜੀ ਦੀਆਂ ਵਡਿਆਈਆਂ ਦੀਆਂ ਵਾਰਾਂ ਅਤੇ ਹੋਰ ਗੁਰਸਿੱਖਾਂ ਦੀਆਂ ਵਾਰਾਂ, ਅਨੇਕਾਂ ਪ੍ਰਮਾਣ ਧੰਨ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਅਤੇ ਆਪਣੇ ਕਵਿਤ ਸਵਈਆਂ ਵਿੱਚ ਭਾਈ ਸਾਹਿਬ ਜੀ ਨੇ ਉਚਾਰਨ ਕੀਤੇ ਹਨ। ਤੇ ਇਸ ਨੂੰ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਗੁਰੂ ਘਰ ਵਿੱਚ ਵੀ ਪ੍ਰਮਾਣਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਰਾਗੀ ਸਿੰਘ ਜੀ ਕੀਰਤਨ ਕਰਦੇ ਹਨ। 24 ਘੰਟਿਆਂ ਵਿੱਚੋਂ ਤਕਰੀਬਨ 18-19 ਘੰਟੇ ਗੁਰਬਾਣੀ ਦਾ ਕੀਰਤਨ ਲਗਾਤਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦਾ ਹੈ, ਜਿਸ ਦੇ ਵਿੱਚ ਰਾਗੀ ਸਿੰਘ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਸਮ ਗ੍ਰੰਥ ਦੇ ਵਿੱਚੋਂ ਦਸਮ ਗ੍ਰੰਥ ਦੀ ਬਾਣੀ ਤੇ ਤੀਸਰਾ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਉਹਨਾਂ ਦੀਆਂ 40 ਵਾਰਾਂ ਵਿੱਚ ਅਨੇਕਾਂ ਪੌੜੀਆਂ ਉਹਨਾਂ ਦੀਆਂ ਭਾਈ ਗੁਰਦਾਸ ਜੀ ਦੀਆਂ ਦਰਜ ਹਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਭਾਈ ਗੁਰਦਾਸ ਜੀ ਦੇ ਗੋਬਿੰਦ ਸਵਈਏ ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ, ਇਹਨਾਂ ਨੂੰ ਰਾਗੀ ਸਿੰਘ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਕੀਰਤਨ ਕਰ ਸਕਦੇ ਹਨ। ਹੋਰ ਉੱਥੇ ਕੋਈ ਵੀ ਦੁਨੀਆ ਦੀ ਕਿਸੇ ਵੀ ਕਿੱਡਾ ਵੀ ਭਾਵੇਂ ਕੋਈ ਮਹਾਨ ਵਿਦਵਾਨ ਹੈ, ਉਸ ਦੀ ਰਚਨਾ ਨਹੀਂ ਉੱਥੇ ਗਾਇਨ ਕੀਤੀ ਜਾ ਸਕਦੀ। ਸੋ ਐਸਾ ਮਹਾਨ ਦਰਜਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਬਖਸ਼ਣਾ ਕੀਤਾ ਹੈ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਫਰਮਾਨ ਕਰਦੇ ਹਨ, ਜੋ ਸਤਜੁਗ ਸਮੇਂ ਦੇ ਵਿੱਚ ਰਾਜਾ ਹਰੀ ਚੰਦ ਕਿਸੇ ਰਾਜ ਵਿੱਚ ਰਾਜ ਕਰਦਾ ਸੀ। ਉਸ ਦਾ ਬਹੁਤ ਵੱਡਾ ਰਾਜ, ਰਾਣੀਆਂ, ਮਹਿਲ, ਫੌਜਾਂ ਆਦਿਕ ਸੁਖੀ ਸ਼ਾਂਤੀ ਆਪਣੇ ਰਾਜ ਵਿੱਚ ਪਰਜਾ ਉੱਤੇ ਰਾਜ ਕਰ ਰਿਹਾ ਸੀ। ਪਰ ਜੋ ਉਸ ਦਾ ਸੁਭਾਅ ਸੀਗਾ ਉਹ ਇਸ ਤਰ੍ਹਾਂ ਦਾ ਸੀ ਕਿ ਉਸਨੇ ਆਪਣੇ ਰਾਜ ਵਿੱਚ ਢੰਡੋਰਾ ਫਰਮਾਇਆ ਹੋਇਆ ਸੀ ਕਿ ਕੋਈ ਵੀ ਮੇਰੇ ਰਾਜ ਵਿੱਚ ਇਹ ਸਤ ਸੰਗ ਨਾ ਕਰੇ। ਇਹ ਕੋਈ ਐਸਾ ਜੋ ਆਪਸ ਵਿੱਚ ਰਲ ਕੇ ਬੈਠਣ, ਪ੍ਰਭੂ ਦੀ ਵਡਿਆਈ ਗਾਉਣ, ਯਾਨੀ ਕਿ ਸਤਸੰਗ ਤੇ ਸਤਸੰਗ ਕਰਨ ਤੇ ਉਸਨੇ ਪਾਬੰਦੀ ਲਾਈ ਹੋਈ ਸੀ ਰਾਜੇ ਹਰੀ ਚੰਦ ਨੇ। ਇਸ ਰਾਜੇ ਹਰੀ ਚੰਦ ਦਾ ਵਿਆਹ ਜਦੋਂ ਰਾਣੀ ਤਾਰਾ ਦੇ ਨਾਲ ਹੋਣਾ ਹੋਇਆ ਤਾਂ ਜੋ ਇਸ ਦੀ ਸੁਪਤਨੀ ਤਾਰਾ ਰਾਣੀ ਸੀ, ਉਹ ਸਤ ਸੰਗ ਕਰਨ ਵਾਲੀ ਸੀ, ਚੰਗੇ ਸੁਭਾਅ ਵਾਲੀ ਸੀ, ਪਿਤਾ ਪ੍ਰਤੀ ਸੰਗਤ ਕਰਨ ਵਾਲੀ ਸੀ, ਸੇਵਾ ਭਾਵਨਾ ਵਾਲੀ ਸੀ। ਜਦੋਂ ਉਸ ਨੇ ਉਸ ਰਾਜੇ ਦੇ ਜੋ ਰਾਜ ਵਿੱਚ ਵਿਆਹ ਕਰਕੇ ਉਹ ਆਈ ਤਾਂ ਉਸਨੇ ਜਦੋਂ ਦੇਖਿਆ ਕਿ ਰਾਜੇ ਦਾ ਐਸਾ ਫਰਮਾਨ ਹੈ ਕਿ ਕੋਈ ਵੀ ਸਤਸੰਗ ਨਹੀਂ ਕਰ ਸਕਦਾ ਤਾਂ ਉਹ ਬਹੁਤ ਚਿੱਤ ਵਿੱਚ ਉਦਾਸ ਹੋਈ। ਪਰ ਕੀ ਕਰ ਵੀ ਕੁਛ ਨਹੀਂ ਸੀ ਸਕਦੀ, ਕਿਉਂਕਿ ਰਾਜੇ ਦਾ ਡਰ ਸੀ ਤੇ ਰਾਜੇ ਦੀਆਂ ਜੋ ਉਸ ਦਾ ਰਾਜ ਸੀ ਉਹ ਘਰ ਵਿੱਚ ਬਖੇੜਾ ਨਹੀਂ ਸੀ ਕਰਨਾ ਚਾਹੁੰਦੀ। ਫਿਰ ਉਸਨੇ ਜੋ ਆਪਣੀਆਂ ਗੋਲੀਆਂ ਰਾਣੀਆਂ ਸਨ, ਜੋ ਉਸ ਦੀਆਂ ਦਾਸੀਆਂ ਸਨ, ਸੇਵਾਦਾਰੀਆਂ, ਉਹਨਾਂ ਤੋਂ ਕਿਸੇ ਤੋਂ ਪੁੱਛਣਾ ਕੀਤਾ ਕਿ ਇੱਥੇ ਕੋਈ ਹੈ ਜੋ ਸਤਸੰਗ, ਜਿੱਥੇ ਬੈਠ ਕੇ ਕੋਈ ਸਤਸੰਗ ਕਰਦਾ ਹੋਵੇ। ਤਾਂ ਉਹਨਾਂ ਨੇ ਫਿਰ ਦੱਸਿਆ ਕਿ ਵੈਸੇ ਤਾਂ ਰਾਜੇ ਵੱਲੋਂ ਸਤਸੰਗ ਕਰਨ ਤੇ ਪਾਬੰਦੀ ਹੈ, ਪਰ ਫਿਰ ਵੀ ਜੋ ਸਤਸੰਗੀ ਜਨ ਹੁੰਦੇ ਹਨ, ਕਿਉਂਕਿ ਸੰਸਾਰ ਵਿੱਚ ਸਦਾ ਲਈ ਇੱਕ ਤਰ੍ਹਾਂ ਦੀ ਦੁਨੀਆ ਨਹੀਂ ਹੁੰਦੀ, ਕੋਈ ਸਤਸੰਗ ਕਰਦਾ ਹੈ, ਕੋਈ ਨਹੀਂ ਕਰਦਾ, ਕੋਈ ਉੱਚਾ, ਕੋਈ ਨੀਵਾਂ, ਕਿਉਂਕਿ ਸੰਸਾਰ ਦੀ ਜੋ ਫਿਤਰਤ ਹੈ, ਸੰਸਾਰ ਦੀ ਜੋ ਰਚਨਾ ਹੈ, ਇਹ ਪਰਮੇਸ਼ਰ ਨੇ ਇਸ ਤਰ੍ਹਾਂ ਦੀ ਹੀ ਬਣਾਈ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ। ਰੰਗਾ ਰੰਗਾਂ ਦੀ ਦੁਨੀਆ, ਕੋਈ ਗੋਰੇ ਰੰਗ ਦੇ, ਕੋਈ ਕਾਲੇ ਰੰਗ ਦੇ, ਕੋਈ ਕਣਕ ਬੰਨੇ ਰੰਗ ਦੇ, ਜਾਂ ਕੋਈ ਹੋਰ ਵਗੈਰਾ ਵਗੈਰਾ। ਇਹ ਪਰਮੇਸ਼ਰ ਦੀ ਵਡਿਆਈ ਹੀ ਐਸੀ ਹੈ, ਉਸ ਨੇ ਜੋ ਇਹ
संसार के जीवां की रचना की है। मेरा प्रभ करता एक खेल रचाया, कोई ना किसी जेहा उपाया। देखो ऐसी वडियाई है अकाल पुरख दी कि एक घर विच 5-4 जीवां का एक दूसरे नाल चेहरा नहीं मिलता। एक पिंड विच एक चेहरे का इको ही इंसान होवेगा, जां संसार विच भी किते भी किसी का चेहरा होवे कोई जो जन्म तो ही जो जोड़े बच्चे पैदा हों उन्हां दा थोड़ा बहुता चेहरा आपस में मिलता हो सकता है, पर नहीं आम करके किसी का चेहरा एक दूसरे नाल नहीं मिलता। देखो ऐसी वडियाई सच्चे पातशाह दी, उसने रंगा रंगा की दुनिया साजना की है। इसे तरह ही कोई सतसंगी का सतसंग का प्रेमी है, सतसंगत करने वाले हैं, कई सत्संग नहीं करते, वो होर विषय विकारां आदतां शराबां कबाबां विच गलतान रहते हैं। झूठ बोलना, निंदिया चुगली करनी, दूसरे का बुरा करना, इत्यादि बुरियां जो बुरे काम हैं, बुरियां आदतां हैं, उन्हां विच गलतान रहते हैं। ते उस उलट सत्संगी पुरुष जो निता प्रति सत्संग करने वाले या हफ्तावारी सत्संग करने वाले, महीनेवारी सत्संग करने वाले भी इस संसार विच इस जहान विच हैं। ताही गुरु साहिब जी का फरमान है, रंगी रंगी भगती कर कर जिनसी माया जिन पाई। पर कई ऐसे भी पुरुष हैं जो ना तो सत्संग करते हैं, पर सत्संग करने वाले माड़ा चंगा भी बोलते हैं, उन्हों की निंदा भी करते हैं। पर जो गुरु के सच्चे प्रेमी, गुरु नाल जिन्हां दा दिलों प्यार है सतगुरां दे नाल, वो संसार दियां तानियां मेहणियां की परवाह नहीं करते। वो सोचते हैं दुनिया जो मर्जी कहे, कोई भावें बुरा कहो भावें भला कहो, उन्होंने दुनिया बुरा चंगा जो भी कहे, पर वो निता प्रति सत्संग जो जीव की कल्याणकारी है उसका कदे भी त्याग नहीं करते। भगत कबीर जी अपनी बाणी विच फरमाउंदे हैं कि जो ऐसे पापी पुरुष हैं उन्होंने कदे भी सत्संग नहीं चंगा लगता। किस तरह नाल उदाहरण भी दी है कि जिवें एक पासे एक कमरे विच बहुत चंदन दियां खुशबुआं बहुत वधिया उत्थे सजावट की होवे, साफ सफाई होवे, चंदन की खुशबू अतर की खुशबू छिड़की होवे, ते एक पासे दूसरे पासे गंदगी का ढेर होवे। जेड़ी मक्खी है वो कदे भी चंदन ते जाके कदे भी खुशबू ते जाके नहीं बैठती। मक्खी का स्वभाव है कि वो हमेशा ही गंदगी ते बैठेगी। कबीर साहिब जी का ऐसा बाणी विच फरमान है, मक्खी चंदन ते न जाके कदे बैठती।
ਸਮਝਾਉਣਾ ਕਰਦੇ ਹਨ ਕਿ ਜੋ ਪਾਪੀ ਪੁਰਸ਼ ਹਨ ਉਹਨਾਂ ਨੂੰ ਕਦੇ ਵੀ ਇਹ ਜੋ ਸਤਸੰਗ ਤੇ ਜੋ ਸਤਸੰਗ ਕਰਨ ਵਾਲੇ ਪ੍ਰੇਮੀ ਜਨ ਜਾਂ ਜਿੱਥੇ ਹਰੀ ਦੀ ਵਡਿਆਈ ਉਸਤਤ ਹੁੰਦੀ ਹੋਵੇ, ਗੁਰੂ ਦੇ ਘਰ ਦੀ ਵਡਿਆਈ, ਸੋਭਾ, ਹਰ ਜਸ ਕੀਰਤਨ, ਕਥਾ ਵਿਚਾਰਾਂ, ਸਤਸੰਗ ਹੁੰਦਾ ਹੋਵੇ, ਉਹ ਜੋ ਪਾਪੀ ਪੁਰਸ਼ ਹੁੰਦੇ ਹਨ ਉਹਨਾਂ ਨੂੰ ਉਸ ਮੱਖੀ ਦੀ ਤਰ੍ਹਾਂ ਉਹਨਾਂ ਦੀ ਬਿਰਤੀ ਹੋਣ ਕਰਕੇ, ਉਹਨਾਂ ਦੇ ਹਿਰਦੇ ਵਿੱਚ ਮੈਲ ਹੋਣ ਕਰਕੇ ਉਹਨਾਂ ਨੂੰ ਉਹ ਸਤਸੰਗ ਚੰਗਾ ਨਹੀਂ ਲੱਗਦਾ। ਪਰ ਇਹ ਉਹਨਾਂ ਜੀਵਾਂ ਦੇ ਹੱਥ ਵੱਸ ਨਹੀਂ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਆਸਾ ਜੀ ਦੀ ਵਾਰ ਦੇ ਅੰਦਰ 11ਵੇਂ ਸ਼ੰਕ ਦੇ ਵਿੱਚ ਫਰਮਾਉਂਦੇ ਹਨ, ਇਹਨਾਂ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਖੀ ਜਗ ਤੇ ਉਪਾਇਆ। ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਤੂੰ ਸੰਸਾਰ ਦੀ ਰਚਨਾ ਹੀ ਇਸ ਤਰ੍ਹਾਂ ਕੀਤੀ ਹੈ। ਸੰਸਾਰ ਦੀ ਜੋ ਰਚਨਾ ਹੈ ਦਵੰਦ ਪਦ ਵਿੱਚ ਕੀਤੀ ਹੈ। ਇੱਕ ਪਰਮੇਸ਼ਰ ਅਕਾਲ ਪੁਰਖ ਆਪ ਹੈ, ਦੂਸਰੀ ਉਸ ਦੀ ਮਾਇਆ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀ ਹੈ। ਦੂਸਰੀ ਉਸਨੇ ਕੁਦਰਤ ਸਾਜ ਦਿੱਤੀ ਮਾਇਆ ਦੁਆਰਾ। ਤੇ ਇਸੇ ਤਰ੍ਹਾਂ ਸੰਸਾਰ ਵਿੱਚ ਸੁੱਖ ਹੈ ਤੇ ਦੁੱਖ ਹੈ, ਦਿਨ ਹੈ ਤਾਂ ਰਾਤ ਹੈ, ਉੱਚਾ ਹੈ ਤਾਂ ਨੀਵਾਂ ਹੈ। ਭਾਵ ਹਰ ਇੱਕ ਚੀਜ਼ ਦਾ ਜੋੜਾ ਪ੍ਰਭੂ ਨੇ, ਪ੍ਰਮਾਤਮਾ ਨੇ ਸ੍ਰਿਸ਼ਟੀ ਦਾ ਰਚਨਾ ਵਿੱਚ ਬਣਾਇਆ ਹੈ। ਇਸੇ ਤਰ੍ਹਾਂ ਪਾਪੀ ਲੋਕ ਹਨ ਤੇ ਸਤਸੰਗੀ ਪੁੰਨੀ ਲੋਕ ਵੀ ਹਨ। ਇਹਨਾਂ ਜਨਤਾ ਕੈ ਵਸ ਕਿਛ ਨਾਹੀ। ਗੁਰੂ ਰਾਮਦਾਸ ਜੀ ਫਰਮਾਉਂਦੇ ਮਹਾਰਾਜ ਕਿ ਜੇਕਰ ਕੋਈ ਕਹੇ ਕਿ ਇਹ ਕਿਉਂ ਇਸ ਤਰ੍ਹਾਂ ਨਹੀਂ, ਸਤਸੰਗ ਕਿਉਂ ਨਹੀਂ ਕਰਦੇ ਲੋਕ, ਤਾਂ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ ਕਿ ਇਹ ਉਹਨਾਂ ਜਨਤਾ ਦੇ ਵਸ ਵਿੱਚ ਕੁਝ ਵੀ ਨਹੀਂ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀਵਾਂ ਨੂੰ ਚਲਾ ਰਿਹਾ ਹੈ, ਉਵੇਂ ਹੀ ਸਾਰੇ ਸੰਸਾਰ ਦੇ ਜੀਵ ਚੱਲ ਰਹੇ ਹਨ। ਐਸਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਬਾਣੀ ਵਿੱਚ ਫਰਮਾਉਂਦੇ ਹਨ, ਸਭ ਚੱਲਦੇ ਚਲਾਏ ਹੋਏ ਤੇਰੇ, ਸਭ ਚੱਲਦੇ
इन्हां जनता कै वस किछ नाही, तुद वेकी जग ते उपाया। इन्हां जीवां दे हथ वस किछ नहीं है। सतगुरु जी उपदेश बख्शिश करते हैं कि वो जो सत्संगी पुरुष हैं वो भी अकाल पुरख दे बनाए हुए हैं, ते जो सत्संग तो हीणे हैं वो भी उस परमात्मा की रजा है। पर गुरु साहब जी ने ये भी फरमाया है बाणी विच कि जिथे 84 लाख इस जूनी की रचना सृष्टि दे विच कीती है, 84 लाख जूना हैं संसार विच, किसी भी होर जो मनुख तो बिना जो जूनियां हैं, पंछी जानवर आदि होर जिन्ने भी पानी के जीव, आकाश विच रहन वाले, धरती विच रहन वाले अनेकां तरह के जीव जंतु हैं, उन्हां किसे नूं भी ये सत्संग करन दा अधिकार नहीं परमात्मा ने बख्शिया। क्योंकि वो जो 84 का गेड़ा चल रहा है वो ताही चल रहा है कि सारे जीव पहला नाम तो विछड़े, नाम नूं विसार के 84 विच गेड़े खा रहे हैं। उन्हां जीव जंतुआं नूं पंछी जंतुआं नूं जानवरां नूं किसे नूं ये सोझी नहीं है कि सत्संग करन दी जां उन्हां दा जो उन्हां नूं बुद्धि होवे, उन्हां कोल दिमाग होवे। केवल तां केवल इक्को ही मनुख है जिसनूं ये सोझी है कि सत्संग कीतिਆਂ मेरा भला हो सकता है, चंगे काम कीतिਆਂ मेरा भला हो सकता है, सेवा कीतिਆਂ मेरा भला हो सकता है। हुण देखो उदाहरण तौर पर जे आपां जाणीए तां किनूं नहीं पता कि शराब माड़ी है कि चंगी है। किसी शराब पीने वाले नूं जेकर आपां पुछना करिए कि भाई तूं क्यों शराब पीना है, ये चंगी चीज़ है, तां वो भी कहेगा नहीं ये तां जी माड़ी है। पर पीना क्यों है, ये बस उसकी आदत बन चुकी है, क्योंकि कदे उन्हें इस पासे वाल सत्संग वाल जां श्रेष्ठ कामां वाल ध्यान ही नहीं दिता। अपना जीवन शराबां कबाबां विच, चोरियां ठगियां विच, झूठ निंदिया विच एवें ही बर्बाद कर लिया। सो इस धरती में तेरी सिकदारी बाणी विच फरमाउंदे हैं सच्चे पातशाह, 84 लाख जूना विचों मनुख दी ही सरदारी है। मन जानत सब बात, जानत ही औगन करे। ये जो जीव है सारियां गल्लां नूं जानदा होया भी जान के औगन करदा है। पर एक पासे गुरु साहब जी फरमाउंदे हैं कि इस जीव दे हथ वस किछ भी नहीं है। सो इसे तरह का ही जो सुभाव राजे हरीचंद राजे का सी, जदों उसने अपने राज विच सत्संग नूं पाबंदी लाई हुई सी, तां फिर जो उसकी पत्नी तारा रानी सी, उसने वो जो पिता प्रति सत्संग करने वाली सी, उसने गोलियां तो दासियां तो पता किया कि सत्संग किते हुंदा होवे, तां उन्होंने दस्सिया कि एक नेड़े ही शहर के बाहर साधु जन महात्मा नेरे जदों रात का समा हो जाता है, जदों दुनिया के आम लोग आपो अपने घरां विच विश्राम करते हैं, उस समय वो सरकार तो चोरी वो सत्संग करन आउंदे हैं। ते उत्थे जो निता प्रति सत्संग करन वाले भी थोड़े बहुते जीव आके बैठते हैं। तां उसनूं इस गल की जानकारी हुई, तां उस चित्त विच प्रसन्नता हुई कि जो मैं सत्संग विच जावांगी ते अपना भला करांगी। उसने की कीता, जदों राजा रात नूं अपने
महल विच अपने विश्राम घर विच विश्राम कर रहा सी तां राजे दे सौण उपरंत राणी चोरी राजे तो दासियां वाला भेख बना के कोई उन्होंने पछाण ना लवे, गोलियां वाला भेख बना के एक दो नाल दासी लैके चोरी सत्संग कर जाया करे। उत्थे जाके अपना मन नाम विच सत्संग विच जोड़ के अपने मन को शांति प्राप्त कराउंदी ते अपने जीवन का भला करवाउंदी। एक दिन की होया, जदों इस तरह रोजाना ही सत्संग राजे तो चोरी जाती सी, एक दिन रात नूं राजे नूं अचानक ही जाग आई तां उसने देखा कि रानी है जो वो विश्राम पलंग पे नहीं है, मौजूद नहीं है। रानी कित्थे चली गई? रानी दिस ना आवई, मन विच वरत गई है रानी। भाई गुरदास जी का जिक्र किया सी, उन्हां दी एक बार की पौड़ी विच ये सारा प्रसंग भाई गुरदास जी ने उचारना किया है। जदों उस राजे ने देखा कि रानी पलंग ते मौजूद नहीं है महल विच, सारे आसे पासे उसने देखा तां उसनूं पता लग्या कि रानी किते बाहर गई हुई है। तां उसने एकदम कालपना नहीं किया, क्योंकि ऐसे शातिर मनुखां दा बड़ा दिमाग हुंदा है। इसनूं पता लगना, इसने सोचा कि जो अज गई है कल नूं भी जावेगी, फिर मैं जाके पता करांगा कि कित्थे जाती है ते कित्थे बहिंदी है। दूसरे दिन भी इसी तरह रात नूं राजा जान बुझ के अखां मीचलियां सौण का जो नाटक किया ते रानी अपना रोज की तरह ही जदों उसनूं लग्या कि राजा हुण सौ गया है तां उसने फिर सत्संग वाल चाले पाए, सत्संग करनी चली। पिछों राजा उठिया, फिर राणी दे जान बाद राजा जागया तां राजा भी अपना भेस बदल के पिछे पिछे राणी दे थोड़े फर्क नाल ये जानन वास्ते पिछे चलिया जाता है कि ये कित्थे जावेगी, पता करांगे। जदों उसने देखा जाके राणी सत्संग विच गई है ते पहला तां उसके मन में क्रोध भी आया कि ये मैं तां सत्संग की पाबंदी लाई हुई है कि इकट्ठे होके नहीं बैठना किसी ने। ते पर उसने धीरज नाल काम लिया। उसने की किया, जो राणी खड़ावा पा के सत्संग करन जाती हुंदी सी, एक खड़ाम उसकी चोरी चुक ली ते अपने कपड़े विच लपेट के नाल ले आया ते आके अपने पलंग ते सौ गया। भाव की सी कि मैं जदों राणी आवेगी मैं पूछांगा कि तेरी दूसरी खड़ाम कित्थे है। इसे तरह होया दिन विच, जदों दिन विच महल दे अंदर राजा ते राणी इकट्ठे बैठे सन। उसने पुछना किया राणी नूं कि जो आपां नूं गुआंढी देश के राजे ने खड़ावां भेंट कीतियां सन कि वो मैनूं खड़ावां दिखाओ कित्थे हैं। उधर जदों राणी ने देखा सी कि मेरी एक खड़ाम नहीं लभ रही तां वो मन विच डरी भै भीत हुई। फिर उसने जो साधु जन सतपुरुष सत्संग जो उपदेश करने लई आए हुए सन महापुरुष, उन्हां दे चरनां विच बेनती की कि हे साधु जनों,
ਮੇਰੀ ਇੱਕ ਖੜਾਮ ਨਹੀਂ ਮਿਲ ਰਹੀ, ਇੱਕ ਖੜਾਮ ਮੇਰੀ ਇੱਥੇ ਹੈ, ਇੱਕ ਨਹੀਂ ਮਿਲ ਰਹੀ। ਜੇਕਰ ਮੈਂ ਇੱਕ ਖੜਾਮ ਨਾਲ ਆਪਣੇ ਮਹਿਲ ਵਿੱਚ ਗਈ ਤਾਂ ਰਾਜਾ ਮੈਨੂੰ ਪੁੱਛੇਗਾ ਕਿ ਤੇਰੀ ਦੂਸਰੀ ਖੜਾਮ ਕਿੱਥੇ ਹੈ, ਤੇ ਫਿਰ ਮੇਰਾ ਇਹ ਜੋ ਪੜਦਾ ਹੈ ਜਗ ਜ਼ਾਹਰ ਹੋ ਜਾਵੇਗਾ, ਮੇਰੇ ਤੇ ਗੁੱਸੇ ਹੋਵੇਗਾ, ਹੋ ਸਕਦਾ ਹੈ ਤੁਹਾਨੂੰ ਵੀ ਡੰਡ ਦੇਵੇ। ਤਾਂ ਉਹ ਸਤਿਪੁਰਸ਼ਾਂ ਨੇ ਉਸ ਰਾਣੀ ਨੂੰ ਐਸਾ ਉਪਦੇਸ਼ ਬਖਸ਼ਿਆ ਕਿ ਹੇ ਰਾਣੀ, ਤੂੰ ਚਿੰਤਾ ਨਾ ਕਰ, ਆਪਾਂ ਜਿਸ ਪ੍ਰਭੂ ਦੀ ਵਡਿਆਈ ਕਰਨ ਲਈ ਇੱਥੇ ਆਪਾਂ ਇਕੱਤਰ ਹੁੰਦੇ ਹਾਂ, ਗੁਰੂ ਦੀਆਂ ਵਡਿਆਈਆਂ ਕਰਨ ਲਈ, ਆਪਾਂ ਉਸ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ, ਗੁਰੂ ਸਾਹਿਬ ਕਿਰਪਾ ਕਰਨਗੇ, ਅਕਾਲ ਪੁਰਖ ਕਿਰਪਾ ਕਰਨਗੇ, ਤੇਰੀ ਖੜਾਮ ਮਿਲ ਜਾਵੇਗੀ। ਸੋ ਹੋਇਆ ਵੀ ਐਸਾ ਹੀ। ਜਦੋਂ ਸਾਰੀ ਸੰਗਤ ਨੇ, ਮਹਾਂਪੁਰਸ਼ਾਂ ਨੇ ਇਕੱਤਰ ਹੋ ਕੇ, ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ, ਤਾਂ ਐਸੀ ਅਜਬ ਖੇਡ ਵਾਪਰੀ ਕਿ ਉਸ ਦੇ ਨਾਲ ਦੀ ਜੋ ਹੂਬਹੂ ਜੋ ਖੜਾਮ ਸੀ, ਉਹ ਖੜਾਮ ਦੇ ਨਾਲ ਦੀ ਖੜਾਮ ਜੁੜ ਗਈ ਤੇ ਦੋਵਾਂ ਖੜਾਵਾਂ ਦਾ ਜੋੜਾ ਬਣ ਗਿਆ। ਭਾਈ ਗੁਰਦਾਸ ਜੀ ਇਸ ਬਾਬਤ ਫਰਮਾਉਂਦੇ ਹਨ, ਐਸਾ ਫਰਮਾਉਂਦੇ ਹਨ, ਸ਼ਬਦ ਪੜ੍ਹਨਾ ਕਰੀਏ। ਜੋੜੀ ਜੁੜ ਕੀ ਖੜਾਮ ਜਦੋਂ ਸਾਰੇ ਸਤਸੰਗੀਆਂ ਨੇ, ਮਹਾਂਪੁਰਸ਼ਾਂ ਨੇ, ਸਾਰਿਆਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕੀਤੀ ਪਰਮੇਸ਼ਰ ਦੇ ਚਰਨਾਂ ਵਿੱਚ, ਐਸੀ ਕਰਾਮਾਤ ਵਾਪਰੀ। ਉਹ ਜੋੜੀ ਜੋ ਖੜਾਮ ਹੂਬਹੂ ਨਾਲ ਜੋੜੀ ਰਲ ਗਈ, ਤਾਂ ਜੋੜੀ ਰਾਣੀ ਖੜਾਵਾਂ ਦੀ ਜੋੜੀ ਪਾ ਕੇ ਸੁਖੀ ਸ਼ਾਂਤੀ ਆਪਣੇ ਮਹਿਲ ਵਿੱਚ ਆ ਕੇ ਆਪਣੇ ਪਲੰਗ ਤੇ ਆਰਾਮ ਕੀਤਾ। ਉਧਰ ਰਾਜੇ ਨੇ ਜੋ ਚੋਰੀ ਚੱਕ ਕੇ ਲਿਆਇਆ ਸੀ ਖੜਾਮ ਰਾਣੀ ਦੀ, ਉਹਨੇ ਲਮਾਰੀ ਵਿੱਚ ਲੁਕੋ ਦਿੱਤੀ ਤੇ ਦਿਨ ਵਿੱਚ ਫਿਰ ਪੁੱਛਣਾ ਕਰਦਾ ਹੈ ਰਾਣੀ ਨੂੰ। ਉਸ ਨੂੰ ਇਹ ਸੀ ਕਿ ਮੈਂ ਇਹਨੂੰ ਪੁੱਛਾਂਗਾ, ਇਹਦੀ ਖੜਾਮ ਇਹਨੂੰ ਮਿਲਣੀ ਨਹੀਂ, ਫਿਰ ਮੈਂ ਇਹਨੂੰ ਦੰਡ ਦੇਵਾਂਗਾ। ਤੇ ਜਦੋਂ ਉਸਨੇ ਉਸ ਦੀ ਪੁੱਛਗਿੱਛ ਕੀਤੀ ਕਿ ਤੇਰੀ ਖੜਾਮ, ਉਹ ਜੋ ਫਲਾਣੇ ਦੇਸ਼ ਦੇ ਰਾਜੇ ਨੇ ਆਪਾਂ ਨੂੰ ਖੜਾਵਾਂ ਦਿੱਤੀਆਂ ਸਨ, ਸੌਗਾਤ ਦਿੱਤੀ ਸੀ, ਉਹ ਖੜਾਵਾਂ ਦਿਖਾਓ। ਤਾਂ ਰਾਣੀ ਨੇ ਉਹ ਜੋ ਜੋੜੀ ਜੁੜੀ ਹੋਈ ਸੀ ਖੜਾਵਾਂ ਦੀ, ਉਹ ਲਿਆ ਕੇ ਹਾਜ਼ਰ ਕਰ ਦਿੱਤੀਆਂ, ਦਿਖਾ ਦਿੱਤੀਆਂ। ਤੇ ਇਹ ਕੌਤਕ ਦੇਖ ਕੇ ਫਿਰ ਰਾਜਾ ਬਹੁਤ ਹੀ ਹੈਰਾਨ ਤੇ ਪਰੇਸ਼ਾਨ ਵੀ ਹੋਇਆ, ਤੇ ਫਿਰ ਪੁੱਛਣਾ ਕਰਦਾ ਹੈ ਰਾਣੀ ਨੂੰ। ਉਹਨੇ ਫਿਰ ਸਾਰਾ ਸੱਚ ਦੱਸਣਾ ਕੀਤਾ ਕਿ ਮੈਂ ਤਾਂ ਤੇਰੀ ਖੜਾਮ, ਤੂੰ ਗਈ ਤਾਂ ਭਾਵੇਂ ਚੰਗੇ ਕੰਮ ਸੀ, ਕਿਤੇ ਮਾੜੇ ਕੰਮ ਨਹੀਂ ਗਈ, ਪਰ ਤੂੰ ਫਿਰ ਵੀ ਮੇਰੀ ਆਗਿਆ ਲੈ ਕੇ ਜਾਣਾ ਸੀ। ਮੈਂ ਤੇਰੀ ਖੜਾਮ ਚੋਰੀ ਚੁੱਕ ਲਿਆਇਆ ਸੀ, ਤੇ ਇਹ ਕਿਸ ਤਰ੍ਹਾਂ ਹੋਇਆ, ਤੇਰੇ ਕੋਲ ਹੂਬਹੂ ਖੜਾਮ ਕਿਸ ਤਰ੍ਹਾਂ ਆਈ? ਤਾਂ ਫਿਰ ਰਾਣੀ ਨੇ ਵੀ ਸਤ ਸੰਗਤ ਦੀ ਵਡਿਆਈ, ਨਾਮ ਦੀ ਵਡਿਆਈ ਨੂੰ ਦਰਸਾਉਂਦਿਆਂ ਰਾਜੇ ਨੂੰ ਇਹ ਸਾਰਾ ਵਰਤਾਂਤ ਪ੍ਰਸੰਗ ਦੱਸਿਆ ਕਿ ਇਸ ਤਰ੍ਹਾਂ ਅਰਦਾਸ ਕੀਤਿਆਂ
सत संगत करदियां ਇਹ ਜੋੜੀ ਜੁੜੀ ਹੈ, ਅਕਾਲ ਪੁਰਖ ਦੀ ਕਿਰਪਾ ਹੋਈ ਹੈ। ਉਸਨੇ ਫਿਰ ਰਾਜੇ ਨੂੰ ਬੇਨਤੀ ਕੀਤੀ ਕਿ ਤੂੰ ਆਪਣੇ ਦੇਸ਼ ਵਿੱਚ, ਆਪਣੇ ਸੂਬੇ ਵਿੱਚ ਸੰਗਤ ਕਰਨ ਦੀ ਜੋ ਪਾਬੰਦੀ ਲੱਗੀ ਹੈ, ਸਤ ਸੰਗਤ ਦੀ, ਇਸ ਪਾਬੰਦੀ ਨੂੰ ਹਟਾਉਣਾ ਕਰੋ। ਇਹ ਸਤ ਸੰਗਤ ਹੀ ਹੈ, ਗੁਰੂ ਦਾ ਨਾਮ ਹੀ ਹੈ, ਪਰਮੇਸ਼ਰ ਦਾ ਨਾਮ ਹੀ ਹੈ ਜੋ ਜੀਵਾਂ ਦਾ ਕਲਿਆਣਕਾਰੀ ਹੈ। ਸੋ ਰਾਜੇ ਦੀ, ਰਾਣੀ ਦੀ ਇਹ ਜੋ ਅਰਜ਼ੋਈ ਸੁਣ ਕੇ ਫਿਰ ਰਾਜੇ ਨੇ ਆਪਣੇ ਦੇਸ਼ ਵਿੱਚ ਵੀ, ਆਪਣੇ ਰਾਜ ਵਿੱਚ ਵੀ ਸਤ ਸੰਗਤ ਕਰਨ ਦੀ ਆਗਿਆ ਦੇ ਦਿੱਤੀ ਅਤੇ ਫਿਰ ਆਪਣੇ ਰਾਜ ਭਾਗ ਮਹਿਲ ਵਿੱਚ ਵੀ ਉਸਨੇ ਸੰਗਤ ਕਰਵਾਉਂਦਾ ਰਿਹਾ ਤੇ ਫਿਰ ਉਹ ਆਪ ਵੀ ਪਰਮੇਸ਼ਰ ਦਾ ਨਾਮ ਜਪਣਾ, ਉਸਨੇ ਚਿੰਤਨ ਕਰਨਾ ਸ਼ੁਰੂ ਕਰ ਦਿੱਤਾ ਤੇ ਜੋ ਉਸ ਨੂੰ ਮਾੜੀਆਂ ਆਦਤਾਂ ਨੂੰ ਲੱਗੀਆਂ ਹੋਈਆਂ ਸਨ ਉਸਨੇ ਉਸ ਨੂੰ ਦੂਰ ਕੀਤਾ ਤੇ ਸਤ ਸੰਗਤ ਦੀ ਵਡਿਆਈ ਇਸ ਤਰ੍ਹਾਂ ਫਿਰ ਪ੍ਰਗਟ ਹੋਈ ਸਾਰੇ ਦੇਸ਼ ਵਿੱਚ, ਸਾਰੇ ਰਾਜੇ ਦੇ ਰਾਜ ਵਿੱਚ। ਸੋ ਭਾਵ ਆਪਾਂ ਵੀ ਸਾਰਿਆਂ ਨੇ ਭਾਈ ਇਹ ਸਿੱਖਿਆ ਗ੍ਰਹਿਣ ਕਰਨੀ ਹੈ। ਜਿੱਥੇ ਵੀ ਹੋਵੇ, ਜਿੱਥੇ ਵੀ ਸਮਾਂ ਹੋਵੇ, ਜ਼ਰੂਰ ਸਤ ਸੰਗਤ ਦੀਆਂ ਘੜੀਆਂ ਦਾ ਲਾਹਾ ਲੈਣਾ ਚਾਹੀਦਾ ਹੈ। ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਏਕ ਘੜੀ ਆਦੀ ਘੜੀ ਆਦੀ ਹੂੰ ਤਹਿ ਆਦ, ਭਗਤਨ ਸੇਤੀ ਗੋਸ਼ਟੇ ਜੋਗੀ ਨੇ ਸੁਲਾਭ। ਭਾਵੇਂ ਤੇਰੇ ਕੋਲ ਜ਼ਿਆਦਾ ਸਮਾਂ ਨਹੀਂ ਤਾਂ ਇੱਕ ਘੜੀ ਜ਼ਰੂਰ ਪਰਮੇਸ਼ਰ ਦਾ ਸਿਮਰਨ ਕਰ। ਇੱਕ ਘੜੀ 24 ਮਿੰਟ ਦੀ ਦੱਸੀ ਹੈ ਗ੍ਰੰਥਾਂ ਵਿੱਚ। ਜੇਕਰ ਇਤਨਾ ਵੀ ਸਮਾਂ ਨਹੀਂ, ਉਸ ਤੋਂ ਵੀ ਅੱਧੀ ਘੜੀ 12 ਮਿੰਟ ਜ਼ਰੂਰ ਸਿਮਰਨ ਕਰ। ਇਹ ਜੋ ਵਿਧੀਆਂ ਹੁੰਦੀਆਂ ਹਨ ਮਹਾਂਪੁਰਸ਼ਾਂ ਦੀਆਂ, ਸਤਿਪੁਰਖਾਂ ਦੀਆਂ, ਉਹ ਇਸ ਲਈ ਹੁੰਦੀਆਂ ਹਨ, ਕਿਸੇ ਨੂੰ 40 ਦਿਨ ਦੀ ਸੇਵਾ, ਕਿਸੇ ਨੂੰ ਸਵਾ ਮਹੀਨੇ ਦੀ, ਕਿਸੇ ਨੂੰ ਸਾਲ ਦੀ, ਜਾਂ ਕਿਸੇ ਨੂੰ ਕੁਝ ਸਮੇਂ ਲਈ ਸੇਵਾ, ਜੋ ਇਹ ਵਿਧੀ ਅਨੁਸਾਰ ਸਤਿਪੁਰਸ਼ ਦੱਸਦੇ ਹਨ। ਉਹ ਇਸ ਲਈ ਹੁੰਦਾ ਹੈ ਕਿ ਇਸ ਜੀਵ ਨੂੰ, ਇਸ ਮਨੁੱਖ ਨੂੰ ਆਪਣੇ ਭਲੇ ਲਈ ਇਹ ਜੇ 40 ਦਿਨ ਕਰੇਗਾ ਤਾਂ ਇਸ ਨੂੰ ਰੋਜ਼ਾਨਾ ਦੀ ਆਦਤ ਬਣ ਜਾਵੇਗੀ। ਆਦਤ ਬਣ ਜਾਏਗੀ ਤਾਂ ਫਿਰ ਰੋਜ਼ਾਨਾ ਆਪਣੇ ਜੀਵਨ ਵਿੱਚ ਧਾਰਨ ਕਰਕੇ ਫਿਰ ਇਹ ਇਸ ਦਾ ਲਾਹਾ ਲਵੇਗਾ ਤੇ ਇਸ ਦਾ ਭਲਾ ਹੋਵੇਗਾ। ਭਗਤ ਕਬੀਰ ਜੀ ਦੀ ਬਾਣੀ ਦੀ ਪੰਕਤੀ ਹੈ, ਆਦਤ ਕਰੈ ਭਗਤ ਆਰੰਭ। ਆਦਤ ਕਰਕੇ ਹੀ ਭਗਤੀ ਸੇਵਾ ਆਰੰਭ ਹੋਵੇਗੀ। ਜੇਕਰ ਚੰਗੇ ਕੰਮਾਂ ਦੀ ਆਦਤ ਪਾ ਲਈ ਜਾਵੇ, ਨਾਮ ਸਿਮਰਨ ਦੀ ਆਦਤ ਪਾ ਲਈ ਜਾਵੇ ਤਾਂ ਉਹ ਆਪਣੇ ਜੀਵਨ ਦਾ ਭਲਾ ਹੀ ਭਲਾ ਹੈ। ਸੋ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਦੀ ਸੰਗਤਾਂ ਨੇ ਹਿਮਾ ਬਖਸ਼ਣੀ। ਗੁਰੂ ਸਾਹਿਬ ਜੀ ਬਖਸ਼ਣ ਯੋਗ ਹਨ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਭੁੱਲਣ ਵਿੱਚ ਹੀ ਸਾਰੀ ਹੀ ਸ੍ਰਿਸ਼ਟੀ ਭੁੱਲਣਹਾਰ ਹੈ। ਕੋਈ ਜੀਵ ਇਹ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਵੱਡਾ ਗਿਆਨੀ ਹਾਂ ਜਾਂ ਮੈਂ ਬਹੁਤ ਵੱਡਾ ਵਿਦਵਾਨ ਹਾਂ, ਮੇਰੇ ਤੋਂ ਕੋਈ ਅਜੇ ਤੱਕ ਗਲਤੀ ਨਹੀਂ ਹੋਈ। ਉਹ ਪਰਮੇਸ਼ਰ ਦੇ ਹੱਥ ਹੈ। ਜਿੰਨੀ ਉਸਨੇ ਵਡਿਆਈ ਸੋਭਾ ਦੇਣੀ ਹੈ ਉਸਨੇ ਬਖਸ਼ ਹੀ ਦੇਣੀ ਹੈ ਤੇ ਜਿਤਨੀ ਜਿਸ ਨੂੰ ਨਹੀਂ ਦੇਣੀ ਉਸ ਨੂੰ ਨਹੀਂ ਦੇਣੀ। ਇਹ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਇਸ ਦੇ। ਸੋ ਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਰਿਆਂ ਨੂੰ ਸਤ ਸੰਗਤ ਦੀ ਦਾਤ ਬਖਸ਼ਿਸ਼ ਕਰ, ਨਾਮ ਦੀ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰ, ਤਾਂ ਕਿ ਜੋ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਹੋਈਆਂ ਭੁੱਲਾਂ ਦੀ ਖਿਮਾ ਪਾਈ। ਸਵੇਰੇ ਸ਼੍ਰੀ ਆਸਾ ਜੀ ਵਾਰ ਦੇ ਕੀਰਤਨ 6 ਵਜੇ ਤੋਂ 7 ਵਜੇ ਤੱਕ ਹੋਣਗੇ। ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਭਾਈ ਸੁਖਵਿੰਦਰ ਸਿੰਘ ਨੇ ਹਰ ਸਾਲ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਚਰਨ ਪਵਾ ਕੇ ਆਪਣੇ ਗ੍ਰਹਿ ਨੂੰ ਪਵਿੱਤਰ ਕਰਵਾਇਆ ਹੈ ਤੇ ਸਤਿਗੁਰਾਂ ਦੀ ਬਾਣੀ ਦੇ ਜਾਪ ਕਰਵਾਏ ਹਨ ਤੇ ਅੱਜ ਪਾਠ ਆਰੰਭ ਹੋਏ ਹਨ। ਕੱਲ ਨੂੰ ਵੀ ਇਸੇ ਤਰ੍ਹਾਂ ਦੀਵਾਨ ਸਜਣਗੇ, ਫਿਰ ਭੋਗ ਸਮੇਂ ਵੀ ਦੀਵਾਨ ਸਜਣਗੇ। ਸੋ ਆਪ ਸੰਗਤਾਂ ਨੇ ਇਸ ਤਰ੍ਹਾਂ ਰਹਿੰਦੇ ਸਮੇਂ ਵਿੱਚ ਵੀ ਲਾਹੇ ਲੈਣੇ। ਆਓ ਹੁਣ ਭੋਗ ਦਾ ਸਰੂਪ ਸਰਵਣ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰੀਏ। ਹਰ ਯੁਗ ਯੁਗ ਭਗਤੇ ਪਾਇਆ
ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਾਹਿਬ ਅਬ ਤੇਰਾ